हिस्ट्री, हिस्ट्री यानी कि अपना इतिहास, यानी कि अपना पास्ट, यानी कि अपना बैकग्राउंड। ਜਦੋਂ ਲੋਕ ਪਹਿਲੀ ਵਾਰੀ ਧਰਤੀ ਤੇ ਦਿਖੇ, ਬਹੁਤ ਪੁਰਾਣੇ ਟਾਈਮ ਦੀਆਂ ਗੱਲਾਂ। ਉਸ ਤੋਂ ਬਾਅਦ ਲੋਕਾਂ ਨੇ ਰੋਟੀ ਬਣਾਉਣੀ ਸ਼ੁਰੂ ਕੀਤੀ, ਐਗਰੀਕਲਚਰ ਕਰਨਾ ਸ਼ੁਰੂ ਕੀਤਾ, ਲੋਕਾਂ ਨੇ ਬਹੁਤ ਵਧੀਆ ਵਧੀਆ ਪੋਟਰੀਜ਼ ਬਣਾਉਣੀਆਂ ਸ਼ੁਰੂ ਕੀਤੀਆਂ, ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਆਕੂਪੇਸ਼ਨਸ ਨੇ ਜਿਹੜੇ, ਯਾਨੀ ਕਿ ਧੰਦੇ ਨੇ, ਵਪਾਰ ਨੇ ਕਰਨੇ ਸ਼ੁਰੂ ਕੀਤੇ ਨੇ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਆਪਾਂ ਸੰਨ 2021 ਦੇ ਵਿੱਚ ਪਹੁੰਚ ਚੁੱਕੇ ਹਾਂ। ਆਪਾਂ ਆਪਣੇ ਪੁਰਾਣੇ ਪਾਸਟ ਨੂੰ ਖਰੋਦਣਾ ਸ਼ੁਰੂ ਕਰਾਂਗੇ, ਇਹਦੇ ਬਾਰੇ ਜਾਣਨਾ ਸ਼ੁਰੂ ਕਰਾਂਗੇ ਕਿ ਹਿੰਦੁਸਤਾਨ, ਪਾਕਿਸਤਾਨ, ਪੂਰੇ ਦੇ ਪੂਰੇ ਵਰਲਡ ਦੇ ਵਿੱਚ ਕਿੱਥੋਂ ਕਿੱਥੋਂ ਕਿਸ ਕਿਸ ਤਰ੍ਹਾਂ ਲੋਕਾਂ ਦਾ ਜਨਮ ਹੋਇਆ, ਕਿਸ ਤਰ੍ਹਾਂ ਲੋਕ ਨੇ ਜਿਹੜੇ ਉਹਨਾਂ ਦਾ ਵੰਸ਼ ਅੱਗੇ ਵਧਿਆ ਹੈ। ਇਹ ਸਾਰੀ ਚੀਜ਼ ਆਪਾਂ ਡਿਟੇਲ 'ਚ ਪੜਾਂਗੇ ਹਿਸਟਰੀ ਦੇ ਵਿੱਚ। HC ਕਲਾਸਿਸ ਦੇ ਵਿੱਚ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਆਈ ਹੋਪ ਤੁਹਾਨੂੰ ਸਾਰੀ ਦੀ ਸਾਰੀ ਵੀਡੀਓਜ਼ ਨੇ ਜਿਹੜੀਆਂ ਮੇਰੀਆਂ ਪਸੰਦ ਆਉਣਗੀਆਂ। ਪਲੀਜ਼ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਇਸ ਵੀਡੀਓ ਨੂੰ ਪਹੁੰਚਾਓ। ਸੋ ਆਓ ਆਪਾਂ ਮਿਲ ਕੇ ਹਿਸਟਰੀ ਨੂੰ ਸਟਾਰਟ ਕਰਦੇ ਹਾਂ। ਸੋ ਬੇਸਿਕਲੀ ਹਿਸਟਰੀ ਦੇ 3 ਪਾਰਟ ਨੇ: एंशिएंट हिस्ट्री, मेडिवल हिस्ट्री एंड मॉडर्न हिस्ट्री। एंशिएंट हिस्ट्री, मेडिवल हिस्ट्री एंड मॉडर्न हिस्ट्री। एंशिएंट यानी कि बहुत पुरानियां चीज़ां, बहुत पुरानी ਜਦੋਂ ਸ਼ੁਰੂਆਤ ਹੋਈ ਹੈ ਧਰਤੀ ਦੇ ਉੱਤੇ, ਕੋਈ ਬੰਦਾ ਦੇਖਿਆ ਗਿਆ, ਉਸ ਸਮੇਂ ਬੰਦੇ ਦਾ ਲਾਈਫ ਸਟਾਈਲ ਕੀ ਸੀ, ਬੰਦੇ ਦੀ ਸੋਚ ਕੀ ਸੀ, ਬੰਦਾ ਕਿਹੋ ਜਿਹਾ ਸੀ, ਕਿਸ ਤਰ੍ਹਾਂ ਉਹ ਜੰਗਲਾਂ ਦੇ ਵਿੱਚ ਭਟਕਦਾ ਸੀ, ਰਹਿੰਦਾ ਸੀ, ਕੀ ਖਾਂਦਾ ਸੀ, ਕੀ ਪੀਂਦਾ ਸੀ, ਕੀ ਪਹਿਨਦਾ ਸੀ। ਇਹ ਸਾਰੀ ਚੀਜ਼ ਆਪਾਂ ਨੂੰ ਪਾਸਟ ਏਂਸ਼ੀਅੰਟ ਦੇ ਵਿੱਚ ਆਪਾਂ ਨੂੰ ਦਿਖਦੀ ਹੈ। ਇਸ ਦੇ ਵਿੱਚ ਆਪਾਂ ਕੀ ਕੀ ਏਂਸ਼ੀਅੰਟ ਹਿਸਟਰੀ ਦੇ ਵਿੱਚ ਕਵਰ ਅਪ ਕਰਾਂਗੇ, ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਲਿਖਿਆ ਹੋਇਆ ਹੈ। ਇਸ ਦੇ ਵਿੱਚ ਆਪਾਂ ਟੌਪਿਕ ਕਵਰ ਕਰਨੇ ਨੇ ਪ੍ਰੀ ਐਂਡ ਪ੍ਰੋਟੋ ਹਿਸਟਰੀ। ਫਿਰ ਆਪਾਂ ਪੜਾਂਗੇ ਸਾਰੇ ਦੇ ਸਾਰੇ ਵੇਦ। 4 ਵੇਦ ਤੁਸੀਂ ਸੁਣੇ ਹੋਣਗੇ: ਰਿਗਵੇਦ, ਯਜੁਰਵੇਦ, ਸਾਮਵੇਦ, ਅਥਰਵਵੇਦ। ਵੇਦਾਂ ਬਾਰੇ ਪੜਾਂਗੇ। ਬੁੱਧ ਧਰਮ ਬਾਰੇ ਜਾਣਾਂਗੇ, ਜੈਨ ਧਰਮ ਬਾਰੇ ਜਾਣਾਂਗੇ, ਮੌਰਿਆ ਅੰਪਾਇਰ ਬਾਰੇ ਜਾਣਾਂਗੇ, ਸੰਗਮ ਏਜ ਬਾਰੇ ਜਾਣਾਂਗੇ ਔਰ ਗੁਪਤਾ ਅੰਪਾਇਰ ਬਾਰੇ ਜਾਣਾਂਗੇ। ਸੋ ਇਹ ਚੀਜ਼ਾਂ ਨੇ ਜਿਹੜੀਆਂ ਆਪਾਂ ਆਪਣੀ ਕਲਾਸ ਦੇ ਵਿੱਚ ਪੂਰੀਆਂ ਕੰਪਲੀਟ ਕਰਾਂਗੇ। ਪ੍ਰੀ ਹਿਸਟਰੀ ਕੀ ਹੈ, ਪ੍ਰੋਟੋ ਹਿਸਟਰੀ ਕੀ ਹੈ, ਕਿਸ ਸਮੇਂ ਨੂੰ ਪ੍ਰੀ ਹਿਸਟਰੀ ਕਿਹਾ ਜਾਂਦਾ ਹੈ, ਕਿਸ ਸਮੇਂ ਨੂੰ ਪ੍ਰੋਟੋ ਹਿਸਟਰੀ ਕਿਹਾ ਜਾਂਦਾ ਹੈ, ਕਿਹੜੀਆਂ ਕਿਹੜੀਆਂ ਸਾਈਟਸ ਡਿਸਕਵਰ ਹੋਈਆਂ ਸੀ। ਸ਼ਾਇਦ ਤੁਸੀਂ ਸੁਣਿਆ ਹੋਵੇ ਹਰੱਪਾ, ਇੰਡਸ ਵੈਲੀ ਸਿਵਲਾਈਜੇਸ਼ਨ, ਤੁਸੀਂ ਸੁਣਿਆ ਹੋਵੇ ਮੋਹਨਜੋਦਾਰੋ ਬਾਰੇ, ਤੁਸੀਂ ਲੋਥਲ ਬਾਰੇ ਪੜ੍ਹਿਆ ਹੋਵੇ, ਰੋਪੜ ਬਾਰੇ ਪੜ੍ਹਿਆ ਹੋਵੇ। ਬਹੁਤ ਸਾਰੀਆਂ ਸਾਈਟ ਸੀਗੀਆਂ ਜਿਨ੍ਹਾਂ ਦੀ ਡਿਸਕਵਰੀ ਹੋਈ ਹੈ। ਹਰ ਇੱਕ ਸਾਈਟ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲੀਆਂ ਸੀ। ਉਹ ਕੱਲੀ ਸਾਈਟ ਨੂੰ ਆਪਾਂ ਖਰੋਦਾਂਗੇ, ਦੇਖਾਂਗੇ ਕਿਸ ਤਰ੍ਹਾਂ ਕਿਹੜੀਆਂ-ਕਿਹੜੀਆਂ ਸਾਈਟਸ ਦੀ ਡਿਸਕਵਰੀ ਹੋਈ ਹੈ ਔਰ ਕੀ ਉੱਥੋਂ ਪ੍ਰਾਪਤ ਹੋਇਆ। ਫਿਰ ਆਪਾਂ ਵੇਦ ਪੜਾਂਗੇ 4 ਦੇ 4। ਨਾਓ ਹਾਊ ਵੀ ਕੰਸਟਰਕਟ ਅਵਰ ਪਾਸਟ। ਸਾਨੂੰ ਆਪਣਾ ਪਾਸਟ ਕਿਵੇਂ ਪਤਾ ਚੱਲੇਗਾ, ਸਾਨੂੰ ਸਾਡੇ ਪਾਸਟ ਬਾਰੇ ਕਿਸ ਤਰ੍ਹਾਂ ਨੌਲੇਜ ਹੋਏਗੀ, ਅਸੀਂ ਆਪਣੇ ਪਿਛੋਕੜ ਬਾਰੇ ਕਿਸ ਤਰ੍ਹਾਂ ਜਾਣਕਾਰੀ ਲੈ ਸਕਦੇ ਹਾਂ। ਇਸ ਚੀਜ਼ ਨੂੰ ਆਪਾਂ ਬੋਲਾਂਗੇ ਹਾਊ ਡੂ ਵੀ ਕੰਸਟਰਕਟ ਅਵਰ ਪਾਸਟ। ਦੇਖੋ ਜੀ, ਆਪਣੇ ਪਾਸਟ ਨੂੰ ਜਾਣਨ ਦੇ 2 ਤਰੀਕੇ ਨੇ। ਪਹਿਲੀ ਚੀਜ਼, with the help of archaeological remains। archaeological remains ਦਾ ਮਤਲਬ ਹੁੰਦਾ ਜਿਵੇਂ ਕਿਸੇ ਦੀਆਂ ਹੱਡੀਆਂ ਪਈਆਂ ਨੇ, ਕੋਈ ਪੁਰਾਣੀਆਂ ਬਿਲਡਿੰਗਸ ਪਈਆਂ ਨੇ, ਕੋਈ ਪੁਰਾਣੇ ਹਥਿਆਰ ਪਏ ਨੇ, ਕੋਈ ਪੁਰਾਣੇ ਭਾਂਡੇ ਪਏ ਨੇ, ਕੋਈ ਪੁਰਾਣੇ ਸਿੱਕੇ ਨੇ। ਇਹਨਾਂ ਤੋਂ ਜਾਂਚ ਕੇ, ਇਹਨਾਂ ਤੋਂ ਰਿਸਰਚ ਕਰਕੇ, ਇਹਨਾਂ ਬਚੀਆਂ ਕੁਚੀਆਂ ਚੀਜ਼ਾਂ ਤੋਂ ਰਿਸਰਚ ਕਰਕੇ ਜਦੋਂ ਆਪਾਂ ਆਪਣਾ ਇਤਿਹਾਸ ਬਣਾਉਣੇ ਆ, ਇਸ ਚੀਜ਼ ਨੂੰ ਆਪਾਂ ਬੋਲਦੇ ਹਾਂ ਆਰਕੀਓਲੋਜੀਕਲ ਰਿਮੇਨਸ। ਆਰਕੀਓਲੋਜੀਕਲ ਰਿਮੇਨਸ ਦੇ ਵਿੱਚ ਕੀ ਆ ਜਾਂਦਾ ਹੈ? ਆਪਣੀਆਂ ਪੁਰਾਣੀਆਂ ਇਮਾਰਤਾਂ, ਕਿਸੇ ਦਾ ਕੋਈ ਸਕਲਪਚਰ ਪਿਆ, ਸਕਲਪਚਰ ਦਾ ਮਤਲਬ ਆਪਾਂ ਕੀ ਕਵਾਂਗੇ, ਕਿਸੇ ਦਾ ਕੋਈ ਸਕੈਲਟਨ, ਜਾਂ ਆਪਾਂ ਕਹਿ ਸਕਦੇ ਹਾਂ ਕਿਸੇ ਦਾ ਕੋਈ ਸਰੀਰ। ਜਿਸ ਤਰ੍ਹਾਂ ਤੁਸੀਂ ਇਹ ਫੋਟੋ ਦੇ ਵਿੱਚ ਦੇਖ ਰਹੇ ਹੋ, ਕੋਈ ਡੈਡ ਬੋਡੀ ਪਈ ਹੈ, ਕਿਸੇ ਦਾ ਪਿੰਜਰ ਪਿਆ। ਇਸ ਚੀਜ਼ ਤੋਂ ਪਤਾ ਲਗਾਵਾਂਗੇ ਕਿ ਬੰਦਾ ਕੈਸਾ ਸੀ, ਕੈਸਾ ਨਹੀਂ ਸੀ। ਆਪਾਂ ਟੂਲਸ, ਯਾਨੀ ਕਿ ਜਿਹੜੇ ਉਹ ਵੈਪਨਸ ਜਾਂ ਹਥਿਆਰ ਯੂਜ਼ ਕਰਦੇ ਸੀ, ਉਹਨਾਂ ਤੋਂ ਪਤਾ ਲਗਾਵਾਂਗੇ ਕਿ ਲੋਕ ਉਸ ਸਮੇਂ ਕੀ ਪੌਦੇ ਖਾਂਦੇ ਸੀ, ਪਲਾਂਟਸ ਖਾਂਦੇ ਸੀ, ਜਾਂ ਜਾਨਵਰਾਂ ਨੂੰ ਮਾਰ ਕੇ ਖਾਂਦੇ ਸੀ, ਜਾਂ ਬੰਦਾ ਬੰਦੇ ਨੂੰ ਮਾਰ ਕੇ ਖਾ ਜਾਂਦਾ ਸੀ। ਇਹਨਾਂ ਹਥਿਆਰਾਂ ਤੋਂ ਆਪਾਂ
ਐਸਟੀਮੇਟ ਲਗਾਵਾਂਗੇ, ਗੈਸ ਲਗਾਵਾਂਗੇ। ਫਿਰ ਪੋਟਸ ਯਾਨੀ ਕਿ ਮਿੱਟੀ ਦੇ ਬਣਾਏ ਹੋਏ ਭਾਂਡੇ, ਇਹਨਾਂ ਤੋਂ ਆਪਾਂ ਦੇਖਾਂਗੇ ਕਿ ਕਿੰਨੇ ਕੁ ਪੁਰਾਣੇ ਇਹ ਬਣੇ ਹੋਏ ਨੇ। ਐਂਡ ਲਾਸਟ ਕੁਆਇਨਸ, ਜਦੋਂ ਆਪਾਂ ਧਰਤੀ ਨੂੰ ਖਰੋਦਦੇ ਆ, ਖੁਦਾਈ ਕਰਦੇ ਆ, ਮਿੱਟੀ ਪੱਟਦੇ ਆ, ਕਈ ਵਾਰ ਨੀਚੋਂ ਪੁਰਾਣੇ ਸਿੱਕੇ ਦਫਨਾਏ ਹੋਏ ਮਿਲਦੇ ਸੀਗੇ, ਔਰ ਉਹਨਾਂ ਸਿੱਕਿਆਂ ਤੋਂ ਆਪਾਂ ਐਸਟੀਮੇਟ ਲਗਾਉਣੇ ਆ ਕਿ ਉਹ ਕਿੰਨੇ ਕੁ ਪੁਰਾਣੇ ਸਿੱਕੇ ਹੋਣਗੇ। ਸਟੱਡੀ ਆਫ ਕੋਇਨਸ, ਜਦੋਂ ਕੋਇਨਸ ਦੀ ਸਟੱਡੀ ਕੀਤੀ ਜਾਂਦੀ ਹੈ, ਉਸ ਨੂੰ ਆਪਾਂ ਬੋਲਦੇ ਹਾਂ ਨਿਊਮਸਮੈਟਿਕਸ। ਇਸ ਸਟੱਡੀ ਨੂੰ ਆਪਾਂ ਬੋਲਦੇ ਹਾਂ ਨਿਊਮਸਮੈਟਿਕਸ। ਸੋ ਬੇਸਿਕਲੀ ਇਹ ਚੀਜ਼ਾਂ ਨੇ, ਇਹ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਸਿਰਫ ਔਰ ਸਿਰਫ ਇਹਨਾਂ ਦੀਆਂ ਬਚੀਆਂ ਕੁਚੀਆਂ ਚੀਜ਼ਾਂ ਮਿਲੀਆਂ ਨੇ, ਜਿਨ੍ਹਾਂ ਤੋਂ ਆਪਾਂ ਆਪਣਾ ਇਤਿਹਾਸ ਲਿਖਾਂਗੇ। ਐਂਡ ਦੂਸਰੀ ਚੀਜ਼, ਆਪਾਂ ਆਪਣੇ ਇਤਿਹਾਸ ਨੂੰ ਕਿਵੇਂ ਜਾਣ ਸਕਦੇ ਹਾਂ? ਰਿਟਨ ਟੈਕਸਟ। ਜੇ ਕੋਈ ਤੁਹਾਡੇ ਕੋਲੇ ਕੋਈ ਚੀਜ਼ ਲਿਖਤੀ ਰੂਪ ਦੇ ਵਿੱਚ ਅਵੇਲੇਬਲ ਹੋਵੇ, ਤਾਂ ਉਸ ਤੋਂ ਤੁਸੀਂ ਸਟੱਡੀ ਕਰ ਸਕਦੇ ਹੋ ਆਪਣੇ ਪਾਸਟ ਨੂੰ, ਕਿ ਸਾਡਾ ਪਾਸਟ ਕੀ ਸੀਗਾ। ਹੁਣ ਰਿਟਨ ਟੈਕਸਟ ਦੇ ਵਿੱਚ 3 ਚੀਜ਼ਾਂ ਆ ਜਾਂਦੀਆਂ: ਇਨਸਕ੍ਰਿਪਸ਼ਨਸ, ਮੈਨੂਸਕ੍ਰਿਪਟਸ ਐਂਡ ਲਿਟਰੇਚਰ। ਇਨਸਕ੍ਰਿਪਸ਼ਨਸ ਦਾ ਮਤਲਬ ਹੁੰਦਾ ਹੈ ਕੋਈ ਵੱਡੇ ਵੱਡੇ ਪੱਥਰਾਂ ਤੇ ਲਿਖੀਆਂ ਹੋਈਆਂ ਚੀਜ਼ਾਂ, ਕੋਈ ਵੱਡੇ ਵੱਡੇ ਪਿੱਲਰਾਂ ਤੇ ਲਿਖੀਆਂ ਹੋਈਆਂ ਚੀਜ਼ਾਂ, ਉਹਨਾਂ ਨੂੰ ਪੜ੍ਹ ਕੇ ਆਪਾਂ ਐਸਟੀਮੇਟ ਲਗਾਉਂਦੇ ਆ ਕਿ ਇਹ ਕਿੰਨੇ ਪੁਰਾਣੇ ਪਿੱਲਰ ਹੋਣਗੇ, ਕਿੰਨੇ ਪੁਰਾਣੀਆਂ ਚੀਜ਼ਾਂ ਇਸ ਉੱਤੇ ਲਿਖੀਆਂ ਹੋਈਆਂ ਹੋਣਗੀਆਂ। ਮੈਨੂਸਕ੍ਰਿਪਟ ਕੀ ਹੁੰਦਾ? ਜਦੋਂ ਕੋਈ ਆਦਮੀ, ਪੁਰਾਣੇ ਜ਼ਮਾਨੇ ਦੇ ਵਿੱਚ ਦੇਖੋ ਪੇਪਰ ਤਾਂ ਬਣਿਆ ਨਹੀਂ ਸੀ, ਤਾਂ ਉਹ ਕਿਸੇ ਚੀਜ਼ ਨਾਲ ਪੱਤਿਆਂ ਦੇ ਉੱਤੇ, ਦਰਖਤਾਂ ਦੇ ਪੱਤਿਆਂ ਦੇ ਉੱਤੇ ਲਿਖਦਾ ਸੀ, ਉਸ ਚੀਜ਼ ਨੂੰ ਆਪਾਂ ਬੋਲਦੇ ਹਾਂ ਮੈਨੂਸਕ੍ਰਿਪਟ। ਉਸ ਚੀਜ਼ ਨੂੰ ਆਪਾਂ ਬੋਲਦੇ ਹਾਂ ਮੈਨੂਸਕ੍ਰਿਪਟ। ਨਾਓ ਨੈਕਸਟ ਹੈ ਲਿਟਰੇਚਰ। ਲਿਟਰੇਚਰ ਐਂਡ ਟਰੈਵਲ ਲਿਟਰੇਚਰ ਦਾ ਮਤਲਬ ਕੀ ਹੈ? ਜਿਵੇਂ ਆਪਣੇ ਵੇਦ ਲਿਖੇ ਗਏ ਨੇ, ਆਪਣੇ ਪੁਰਾਣ ਲਿਖੇ ਗਏ ਨੇ, ਜਾਂ ਕਈ ਐਸੇ ਰਾਈਟਰਸ ਹੁੰਦੇ ਸੀਗੇ, ਲਿਖਾਰੀ ਹੁੰਦੇ ਸੀ, ਜੋ ਆਪਣੀਆਂ ਕਹਾਣੀਆਂ ਲਿਖਦੇ ਹੁੰਦੇ ਸੀ। ਮੰਨ ਲਓ ਇੱਕ ਬੰਦਾ ਕੈਨੇਡਾ ਦੇ ਵਿੱਚ ਚਲਾ ਗਿਆ, ਔਰ ਉੱਥੇ ਜਾ ਕੇ ਉਸਨੂੰ ਕੋਈ ਚੀਜ਼ ਪਸੰਦ ਆ ਗਈ, ਉਸਨੇ ਉਸਦੇ ਉੱਤੇ ਕਹਾਣੀ ਲਿਖਤੀ। ਇਹ ਅੱਜ ਤੋਂ 700-800, 1000, 2000, 5000, 10000 ਸਾਲ ਪਹਿਲਾਂ ਦੀ ਗੱਲ ਕਰ ਰਹੇ। ਉਸਦੀ ਕਹਾਣੀ ਲਿਖੀ ਹੋਈ, ਉਸਨੇ ਆਪਣੀ ਰਚਨਾ ਲਿਖੀ। ਹੋ ਸਕਦਾ ਹੈ ਉਸਨੇ ਉੱਤੇ ਕੋਈ ਐਸੀ ਚੀਜ਼ ਦੇਖੀ, ਉਸਨੂੰ ਦੇਖ ਕੇ ਕੋਈ ਕਹਾਣੀ ਲਿਖੀ। ਹੋ ਸਕਦਾ ਹੈ ਕਿ ਉਹ ਉਸਦੀ ਇਮੈਜੀਨੇਸ਼ਨ ਸੀ, ਉਸਦੀ ਸੋਚ ਸੀ, ਜਾਂ ਉਸਦੀ ਕਲਪਨਾ ਦੇ ਵਿੱਚ ਉਸਨੇ ਆਪਣੀ ਕਹਾਣੀ ਲਿਖੀ ਹੈ। ਉਹਨਾਂ ਕਹਾਣੀਆਂ ਤੋਂ ਲਿਖਤੀ ਰੂਪ ਦੇ ਵਿੱਚ ਜਿਹੜੀਆਂ ਆਪਾਂ ਨੂੰ ਲਿਖੀਆਂ ਹੋਈਆਂ ਚੀਜ਼ਾਂ ਮਿਲੀਆਂ ਨੇ, ਉਹਨਾਂ ਤੋਂ ਆਪਾਂ ਦੇਖ ਸਕਦੇ ਹਾਂ ਕਿ ਆਪਣਾ ਪਾਸਟ ਕੈਸਾ ਹੋਏਗਾ। ਸੋ ਜਿਸ ਤਰ੍ਹਾਂ ਆ ਤੁਹਾਨੂੰ ਨੀਚੇ ਦਿਖ ਰਹੀ ਹੈ ਸਕਰੀਨ ਦੇ ਉੱਤੇ, ਆਹ ਵਾਲੀ ਡਾਇਗਰਾਮ, ਇਹ ਆਪਾਂ ਨੂੰ ਏਦਾਂ ਲੱਗ ਰਿਹਾ ਜਿਵੇਂ ਕਾਪੀ ਦਾ ਪੇਜ ਹੁੰਦਾ ਹੈ, ਬਟ ਨਹੀਂ, ਇਹ ਕਾਪੀ ਦਾ ਪੇਜ ਨਹੀਂ ਹੈ। ਇੱਕ ਪੱਤੇ ਦੇ ਉੱਤੇ, ਇਸ ਤਰ੍ਹਾਂ ਦਾ ਪੱਤਾ ਸੀ, ਵੱਡਾ ਪੱਤਾ, ਉਹਦੇ ਵਿੱਚੋਂ ਇਸ ਤਰ੍ਹਾਂ ਦੀ ਸ਼ੇਪ ਬਣਾ ਕੇ ਪੱਤੇ ਦੇ ਉੱਤੇ ਚੀਜ਼ ਲਿਖੀ ਹੋਈ ਹੈ। ਇਸ ਚੀਜ਼ ਨੂੰ ਆਪਾਂ ਮੈਨੂਸਕ੍ਰਿਪਟ ਬੋਲਦੇ ਹਾਂ। ਸੋ ਆਪਣੇ ਪਾਸਟ ਨੂੰ ਜਾਣਨ ਦੇ 2 ਤਰੀਕੇ ਨੇ, ਜਾਂ ਤਾਂ ਬਚੀਆਂ ਕੁਚੀਆਂ ਹੱਡੀਆਂ, ਬਿਲਡਿੰਗਾਂ, ਵੈਪਨਸ, ਪੋਇੰਟਸ ਜਾਂ ਕੋਟਸ ਤੋਂ ਆਪਾਂ ਐਸਟੀਮੇਟ ਲਗਾਉਣਾ ਕਿ ਆਪਣਾ ਪਾਸਟ ਕੈਸਾ ਸੀ, ਜਾਂ ਲਿਖਤੀ ਰੂਪ ਦੇ ਵਿੱਚ ਜਿਹੜੀਆਂ ਆਪਾਂ ਨੂੰ ਚੀਜ਼ਾਂ ਮਿਲਦੀਆਂ ਨੇ, ਉਹਨਾਂ ਤੋਂ ਆਪਾਂ ਆਪਣਾ ਪਾਸਟ ਜਿਹੜਾ ਕੰਸਟਰਕਟ ਕਰਨ ਦੀ ਕੋਸ਼ਿਸ਼ ਕਰਦੇ ਹੈਗੇ। ਨਾਓ ਵਾਟ ਇਜ਼ ਹਿਸਟਰੀ? ਹਿਸਟਰੀ ਹੈ ਕੀ? ਇਤਿਹਾਸ ਹੈ ਕੀ? ਹਿਸਟਰੀ ਨੂੰ ਵੀ ਆਪਾਂ ਅਗਰ 3 ਛੋਟੇ ਛੋਟੇ ਟੁਕੜਿਆਂ 'ਚ ਵੰਡੀਏ, ਤਾਂ ਸਭ ਤੋਂ ਪਹਿਲਾਂ ਹੈ ਪ੍ਰੀ ਹਿਸਟਰੀ। ਵਾਟ ਇਜ਼ ਪ੍ਰੀ ਹਿਸਟਰੀ? ਪ੍ਰੀ ਹਿਸਟਰੀ ਉਸ ਜ਼ਮਾਨੇ ਨੂੰ ਕਿਹਾ ਜਾਂਦਾ ਹੈ ਜਦੋਂ ਆਪਣੇ ਕੋਲੇ ਸਿਰਫ ਕੱਲੀਆਂ ਹੱਡੀਆਂ, ਪੁਰਾਣੀਆਂ ਇਮਾਰਤਾਂ ਜਾਂ ਹੋਰ ਢਾਂਚੇ ਸੀ, ਪਰ ਉਹਨਾਂ ਦੇ ਵਿੱਚ ਆਪਣੇ ਕੋਲੇ ਕੋਈ ਵੀ ਲਿਖਤੀ ਰੂਪ ਦੇ ਵਿੱਚ ਆਪਣੇ ਕੋਲੇ ਇਨਫੋਰਮੇਸ਼ਨ ਨਹੀਂ ਸੀਗੀ। ਉਸ ਟਾਈਮ ਨੂੰ ਆਪਾਂ ਪ੍ਰੀ ਹਿਸਟਰੀ ਬੋਲਦੇ ਹਾਂ। ਉਸ ਸਮੇਂ ਨੂੰ ਆਪਾਂ ਪ੍ਰੀ ਹਿਸਟਰੀ, ਪ੍ਰੀ ਇਤਿਹਾਸ, ਪੁਰਾਣਾ ਇਤਿਹਾਸ ਬੋਲਦੇ ਹਾਂ, ਪ੍ਰਾਚੀਨ ਇਤਿਹਾਸ ਬੋਲਦੇ ਹਾਂ। ਨੈਕਸਟ ਹੈ ਜੀ ਪ੍ਰੋਟੋ ਹਿਸਟਰੀ। ਪ੍ਰੋਟੋ ਹਿਸਟਰੀ ਦਾ ਮਤਲਬ ਕੀ ਹੈ? ਮੰਨ ਲਓ ਤੁਹਾਨੂੰ ਕੋਈ ਚੀਜ਼ਾਂ ਦੇ ਕੰਕਾਲ ਮਿਲੇ, ਜਾਂ ਕੋਈ ਚੀਜ਼ਾਂ ਤੁਹਾਨੂੰ ਮਿਲੀਆਂ, ਪਲੱਸ ਉਹਨਾਂ ਦੇ ਨਾਲ ਨਾਲ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਵੀ ਮਿਲਿਆ, ਪਰ ਜਿਹੜੀ ਲਿਖਤੀ ਰੂਪ ਦੇ ਵਿੱਚ ਚੀਜ਼ ਮਿਲੀ ਹੈ, ਉਹ ਅੱਜ ਤੱਕ ਕੋਈ ਬੰਦਾ ਸਮਝ ਨਹੀਂ ਪਾਇਆ, ਯਾਨੀ ਕਿ ਉਸ ਭਾਸ਼ਾ ਨੂੰ ਅੱਜ ਤੱਕ ਵੀ ਟਰਾਂਸਲੇਟ ਨਹੀਂ ਕੀਤਾ ਜਾ ਸਕਿਆ। ਉਸ ਜ਼ਮਾਨੇ ਨੂੰ ਆਪਾਂ ਬੋਲਦੇ ਹਾਂ ਪ੍ਰੋਟੋ ਹਿਸਟਰੀ। ਉਸ ਜ਼ਮਾਨੇ ਨੂੰ ਆਪਾਂ ਕੀ ਬੋਲਦੇ ਹਾਂ? ਪ੍ਰੋਟੋ ਹਿਸਟਰੀ। ਐਂਡ ਹਿਸਟਰੀ ਕੀ ਹੁੰਦੀ ਹੈ? ਹਿਸਟਰੀ ਦਾ ਮਤਲਬ ਹੈ ਜਦੋਂ ਤੁਹਾਡੇ ਕੋਲੇ ਬਚੇ ਕੋਲੇ ਕੁਝ ਚੀਜ਼ਾਂ ਵੀ ਹੋਣ, ਐਂਡ ਤੁਹਾਡੇ ਕੋਲੇ ਲਿਖਤੀ ਰੂਪ ਦੇ ਵਿੱਚ ਵੀ ਤੁਹਾਡੇ ਕੋਲੇ ਇਨਫੋਰਮੇਸ਼ਨ ਹੋਵੇ, ਪਰ ਜਿਹੜੀ ਆ ਲਿਖਤੀ ਰੂਪ ਦੇ ਵਿੱਚ ਇਨਫੋਰਮੇਸ਼ਨ ਹੈ, ਇਸ ਨੂੰ ਤੁਸੀਂ ਇੰਡੀਅਨ ਲੈਂਗੁਏਜ ਦੇ ਵਿੱਚ ਜਾਂ ਕਿਸੇ ਹੋਰ ਲੈਂਗੁਏਜ ਦੇ ਵਿੱਚ ਟਰਾਂਸਲੇਟ ਕਰਕੇ ਇਸ ਤੋਂ ਇਨਫੋਰਮੇਸ਼ਨ ਬਣਾ ਲਈ ਹੋਵੇ, ਇਸ ਚੀਜ਼ ਨੂੰ ਆਪਾਂ ਬੋਲਦੇ ਹਾਂ ਹਿਸਟਰੀ।
देखो उस लिखती चीज का भी कोई फायदा नहीं ਜਿਹਦੀ ਗੱਲ ਸਮਝ ਹੀ ਨਾ ਆਵੇ। ਅਗਰ ਆਪਾਂ ਨੂੰ ਕੋਈ ਚੀਜ਼ ਲਿਖਤੀ ਰੂਪ ਦੇ ਵਿੱਚ ਮਿਲੀ ਹੈ ਔਰ ਉਹ ਲਿਖਤੀ ਰੂਪ ਦੇ ਵਿੱਚ ਮਿਲੀ ਹੋਈ ਚੀਜ਼ ਜੇਕਰ ਆਪਣੇ ਸਮਝ ਆ ਰਹੀ ਹੈ ਤਾਂ ਆਪਾਂ ਕਵਾਂਗੇ ਕਿ ਇਹ ਆਪਣੇ ਕੰਮ ਦੀ ਚੀਜ਼ ਹੈ, ਇਸ ਤੋਂ ਆਪਾਂ ਆਪਣਾ ਪਾਸ ਜਾਣ ਸਕਦੇ ਹਾਂ, ਦੈਟ ਇਜ਼ ਕਾਲਡ ਹਿਸਟਰੀ। ਔਰ ਜਿਹਦੇ ਬਾਰੇ ਆਪਾਂ ਨੂੰ ਲਿਖਤੀ ਰੂਪ ਦੇ ਵਿੱਚ ਵੀ ਚੀਜ਼ ਮਿਲ ਗਈ ਪਰ ਫਿਰ ਵੀ ਆਪਾਂ ਉਸ ਨੂੰ ਅੱਜ ਤੱਕ ਆਪਣੀ ਲੈਂਗੁਏਜ ਦੇ ਵਿੱਚ ਟਰਾਂਸਲੇਟ ਨਹੀਂ ਕਰ ਪਾਏ, ਟਰਾਂਸਲੇਟ ਨਹੀਂ ਕਰ ਪਾਏ ਯਾਨੀ ਕਿ ਆਪਾਂ ਉਸ ਨੂੰ ਡਿਚਿਪਰ ਨਹੀਂ ਕਰ ਪਾਏ। ਡਿਚਿਪਰਮੈਂਟ ਦਾ ਮਤਲਬ ਕਹਿੰਦਾ ਜਿਸ ਤਰ੍ਹਾਂ ਆਪਾਂ ਕੋਡਿੰਗ ਡੀਕੋਡਿੰਗ ਚੈਪਟਰ ਪੜ੍ਹਦੇ ਹਾਂ, ਇੱਕ ਇਨਫੋਰਮੇਸ਼ਨ ਨੂੰ ਦੂਜੀ ਇਨਫੋਰਮੇਸ਼ਨ ਦੇ ਵਿੱਚ ਟਰਾਂਸਲੇਟ ਕਰਨਾ ਜਾਂ ਕਿ ਕੋਡ ਨੂੰ ਬਦਲਣਾ, that is called decipherment, converting written text into modern language, ਇਸ ਕਨਸੈਪਟ ਨੂੰ ਆਪਾਂ ਬੋਲਦੇ ਹਾਂ ਡਿਚਿਪਰਮੈਂਟ, ਯਾਨੀ ਕਿ ਪੁਰਾਣੇ ਲਿਖੇ ਹੋਏ ਸ਼ਬਦਾਂ ਨੂੰ ਅੱਜ ਦੀ ਭਾਸ਼ਾ ਦੇ ਵਿੱਚ ਕਨਵਰਟ ਕਰਨਾ। ਔਰ ਇਹ ਕੰਮ ਕੀਤਾ ਵੀ ਸ਼ੁਰੂਆਤ ਕਿਸਨੇ ਕੀਤੀ ਸੀ? ਜੇਮਸ ਪ੍ਰਿੰਸਪ ਨਾਮ ਦੇ ਬੰਦੇ ਨੇ ਸਭ ਤੋਂ ਪਹਿਲਾਂ ਪੁਰਾਣੇ ਜਿਹੜੇ ਲਿਖੇ ਹੋਏ ਕਾਗਜ਼ਾਂ ਦੇ ਉੱਤੇ ਜਾਂ ਪੱਤਿਆਂ ਦੇ ਉੱਤੇ ਜਾਂ ਹੋਰ ਚੀਜ਼ਾਂ ਦੇ ਉੱਤੇ ਲਿਖੇ ਹੋਏ ਟੈਕਸਟ ਸੀ ਉਸ ਨੂੰ ਲੈਂਗੁਏਜ ਦੇ ਵਿੱਚ ਕਨਵਰਟ ਕਰਨਾ ਸ਼ੁਰੂ ਕੀਤਾ। ਬਟ ਉਹ ਕੁਝ ਕੁ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਸਕਸੈਸਫੁਲ ਬਣਾ ਸਕਿਆ, ਪਰੰਤੂ ਅੱਜ ਵੀ ਐਸੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਪੁਰਾਣੀਆਂ ਪ੍ਰਾਚੀਨ ਪਈਆਂ ਨੇ ਜਿਨ੍ਹਾਂ ਦੇ ਬਾਰੇ ਲਿਖਤੀ ਰੂਪ ਦੇ ਵਿੱਚ ਚੀਜ਼ਾਂ ਹੈ ਆਪਣੇ ਕੋਲੇ ਪਰ ਅੱਜ ਤੱਕ ਆਪਾਂ ਉਹਨਾਂ ਦੀ ਭਾਸ਼ਾ ਨੂੰ ਸਮਝ ਨਹੀਂ ਪਾਏ ਹਾਂ। ਇਸ ਬੰਦੇ ਨੇ ਕੁਝ ਇਸ ਤਰ੍ਹਾਂ ਦਾ ਲਿਖਿਆ ਹੋਇਆ ਟੈਕਸਟ ਦੀ ਇਸ ਤਰ੍ਹਾਂ ਦੀ ਸ਼ੇਪ ਦੇ ਵਿੱਚ ਇਨਫੋਰਮੇਸ਼ਨ ਲਿਖੀ ਹੋਈ ਸੀ, ਇਸਨੇ ਆਪਣਾ ਦਿਮਾਗ ਲਗਾ ਲਗਾ ਕੇ ਇਸ ਤੋਂ ਆ ਚੀਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਪਤਾ ਉਸਨੂੰ ਜਿਹੜੀ ਇਹ ਚੀਜ਼ ਹੈ ਇਹ ਭਾਸ਼ਾ ਜਿਹੜੀ ਉਹ ਸਮਝ ਆ ਜੇ। ਇਹ ਕੁਝ ਹੱਦ ਤੱਕ ਸਕਸੈਸਫੁਲ ਵੀ ਹੋਇਆ ਬਟ ਨਾਟ ਇਨ ਐਵਰੀ ਕੇਸ। ਸੋ ਹਿਸਟਰੀ ਕੀ ਹੈ? ਪ੍ਰੀ ਹਿਸਟਰੀ, ਪ੍ਰੋਟੋ ਹਿਸਟਰੀ ਐਂਡ ਹਿਸਟਰੀ। ਪ੍ਰੀ ਯਾਨੀ ਕਿ ਜਿਹਦੇ ਵਿੱਚ ਆਪਣੇ ਕੋਲੇ ਕੰਕਾਲ ਨੇ, ਪੁਰਾਣੀਆਂ ਇਮਾਰਤਾਂ ਨੇ, ਇੱਟਾਂ ਨੇ, ਪੋਇਟਰੀ ਹੈ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਪਰੰਤੂ ਉਹਨਾਂ ਦੇ ਬਾਰੇ ਆਪਣੇ ਕੋਲ ਕੁਝ ਵੀ ਲਿਖਤੀ ਰੂਪ ਚ ਨਹੀਂ ਹੈ। ਪ੍ਰੋਟੋ ਹਿਸਟਰੀ ਦਾ ਮਤਲਬ ਕੀ ਹੈ? ਜਿਹਦੇ ਵਿੱਚ ਆਪਣੇ ਕੋਲੇ ਕੰਕਾਲ ਵੀ ਨੇ ਯਾਨੀ ਕਿ ਆਪਣੇ ਕੋਲ ਬਹੁਤ ਸਾਰੀਆਂ ਮਤਲਬ ਚੀਜ਼ਾਂ ਪਈਆਂ ਨੇ ਜਿਨ੍ਹਾਂ ਤੋਂ ਆਪਾਂ ਆਪਣਾ ਇਤਿਹਾਸ ਲਿਖ ਸਕਦੇ ਹਾਂ ਔਰ ਆਪਣੇ ਕੋਲ ਲਿਖੀਆਂ ਹੋਈਆਂ ਚੀਜ਼ਾਂ ਵੀ ਨੇ ਪਰੰਤੂ ਜਿਹੜੀਆਂ ਲਿਖੀਆਂ ਹੋਈਆਂ ਚੀਜ਼ਾਂ ਨੇ ਆਪਾਂ ਉਹਨਾਂ ਤੋਂ ਕੋਈ ਵੀ ਅੰਡਰਸਟੈਂਡਿੰਗ ਨਹੀਂ ਕਰ ਸਕਦੇ, ਉਹਨਾਂ ਨੂੰ ਆਪਾਂ ਡਿਚਿਪਰ ਨਹੀਂ ਕਰ ਸਕਦੇ, ਉਹ ਹੈ ਪ੍ਰੋਟੋ ਹਿਸਟਰੀ। ਔਰ ਹਿਸਟਰੀ ਕੀ ਹੁੰਦੀ ਹੈ? ਇਤਿਹਾਸ ਕੀ ਹੁੰਦਾ ਹੈ? ਜਦੋਂ ਕੋਈ ਪੁਰਾਣੀਆਂ ਚੀਜ਼ਾਂ ਦੇ ਉੱਤੇ ਰਿਸਰਚ ਕੀਤੀ ਜਾਂਦੀ ਹੈ ਔਰ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਲਿਖਤੀ ਰੂਪ ਦੇ ਵਿੱਚ ਵੀ ਗਿਆਨ ਹੈ ਔਰ ਆਪਾਂ ਉਹਨਾਂ ਨੂੰ ਆਪਣੀ ਲੈਂਗੁਏਜ 'ਚ ਕਨਵਰਟ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਵੀ ਲੈ ਸਕਦੇ ਹਾਂ, that is called history। ਸੋ ਨੈਕਸਟ ਟੌਪਿਕ ਹੈ ਮੇਰਾ ਲੌਜਿਕ ਬਿਹਾਈਂਡ ਡੇਟਸ। ਤੁਸੀਂ ਦੇਖਿਆ ਕਈ ਵਾਰ ਕਿਸੇ ਡੇਟ ਲਿਖਣ ਦੇ ਬਾਅਦ ਜਿਵੇਂ ਲਿਖਿਆ ਹੁੰਦਾ 563 BC ਜਾਂ 670 ਕੁਝ ਵੀ ਹੈ 573 BC ਲਿਖਿਆ ਹੁੰਦਾ ਹੈ, ਕਈ ਡੇਟ ਪਾ ਕੇ ਪਿੱਛੇ BC ਸ਼ਬਦ ਲਿਖਿਆ ਹੁੰਦਾ ਹੈ ਔਰ ਕਈ ਜਿਵੇਂ 278 AD ਲਿਖਿਆ ਹੁੰਦਾ। ਵਾਟ ਇਜ਼ ਦਾ ਕਨਸੈਪਟ ਆਫ ਦਿਸ BC ਐਂਡ AD? BC ਅਤੇ AD ਦੇ ਵਿੱਚ ਕੀ ਫਰਕ ਹੈ? BC ਯਾਨੀ ਕਿ ਬਿਫੋਰ ਕ੍ਰਿਸਟ ਐਂਡ AD ਯਾਨੀ ਕਿ ਐਨੋ ਡੋਮਿਨੀ। ਹੁਣ ਐਨੋ ਡੋਮਿਨੀ ਅਤੇ ਬਿਫੋਰ ਕ੍ਰਾਈਸਟ ਦਾ ਮਤਲਬ ਕੀ ਹੈ? ਜਿਹੜੇ ਕ੍ਰਿਸਚੀਅਨ ਲੋਕ ਸੀ ਉਹਨਾਂ ਦਾ ਜਿਹੜਾ ਮਸੀਹਾ ਹੈ ਜਿਸ ਨੂੰ ਆਪਾਂ ਜੀਸਸ ਬੋਲਦੇ ਹਾਂ, ਜੀਸਸ ਕ੍ਰਾਈਸਟ ਬੋਲਦੇ ਹਾਂ, ਇਹ ਕਹਿੰਦੇ ਹੈ ਵੀ ਜਦੋਂ ਇਸ ਦਾ ਜਨਮ ਹੋਇਆ ਹੈ, ਜਦੋਂ ਇਹਨਾਂ ਦਾ ਜਨਮ ਹੋਇਆ ਇਸ ਤੋਂ ਜਿਹੜਾ ਪਹਿਲਾਂ ਟਾਈਮ ਸੀਗਾ, ਜਿਹੜਾ ਇਸ ਤੋਂ ਪਹਿਲਾਂ ਦਾ ਟਾਈਮ ਸੀ ਉਸ ਸਾਲ ਦੇ ਪਿੱਛੇ ਹਮੇਸ਼ਾ ਅਸੀਂ BC ਲਿਖਾਂਗੇ ਯਾਨੀ ਕਿ ਬਿਫੋਰ ਕ੍ਰਾਈਸਟ, ਯਾਨੀ ਕਿ ਇਹਦੇ ਜਨਮ ਤੋਂ ਪਹਿਲਾਂ ਜੋ ਵੀ ਹੋਇਆ ਸਭ ਤੋਂ ਪੁਰਾਣਾ ਟਾਈਮ, that is called before Christ। ਐਂਡ ਜਦੋਂ ਇਹਨਾਂ ਦਾ ਜਨਮ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਕੋਈ ਵੀ ਸਾਲ ਹੈ ਉਹਦੇ ਪਿੱਛੇ AD ਲਿਖਣਾ ਸ਼ੁਰੂ ਕਰਤਾ। AD ਦਾ ਮਤਲਬ ਕੀ ਹੈ? ਐਨੋ ਡੋਮਿਨੀ। ਐਨੋ ਡੋਮਿਨੀ, ਐਨੋ ਡੋਮਿਨੀ ਦਾ ਮਤਲਬ ਕੀ ਹੈ? ਜਦੋਂ ਇਹਨਾਂ ਦਾ ਜਨਮ ਹੋਇਆ ਹੈ ਉਸ ਤੋਂ ਬਾਅਦ, after his birth, not after his death, after his birth। ਇਹਨਾਂ ਦੇ ਜਨਮ ਤੋਂ ਬਾਅਦ ਦਾ ਜਿਹੜਾ ਸਾਲ ਨੇ ਉਹ ਸਾਰੇ ਕੀ ਨੇ? ਐਨੋ ਡੋਮਿਨੀ ਨੇ। ਅੱਛਾ ਮੇਰਾ ਕੁਐਸਚਨ ਹੈ ਨੀਚੇ, ਜੇ ਆਪਾਂ 2021 ਲਿਖਣਾ ਹੋਵੇ, ਅੱਜ ਦਾ ਸਾਲ ਲਿਖਣਾ ਹੋਵੇ, ਆਪਾਂ ਬਿਫੋਰ ਕ੍ਰਾਈਸਟ 2021 BC ਲਿਖਾਂਗੇ ਜਾਂ 2021 AD ਲਿਖਾਂਗੇ? ਸੋ ਆਨਸਰ ਕੀ ਆਊਗਾ? ਆਪਾਂ 2021 AD ਲਿਖਾਂਗੇ ਜੇ ਲਿਖਣਾ ਹੋਵੇ, ਠੀਕ ਹੈ ਨਾ। ਬਟ ਕੀ ਹੈ ਆਪਾਂ AD ਜਾਂ BC ਸ਼ਬਦ ਹੁਣ ਯੂਜ਼ ਨਹੀਂ ਕਰਦੇ ਹੈਗੇ ਆ, ਪਾਸਟ 'ਚ ਉਹ ਸ਼ਬਦ ਯੂਜ਼ ਹੋ ਚੁੱਕੇ ਨੇ।
ਆਪਣਾ ਜਿਹੜਾ ਕੈਲੰਡਰ ਹੈ ਇਸ ਸਮੇਂ ਇੰਟਰਨੈਸ਼ਨਲ ਕੈਲੰਡਰ ਹੈ ਉਹਨੂੰ ਜਾਰਜੀਅਨ ਕੈਲੰਡਰ ਕਿਹਾ ਜਾਂਦਾ ਹੈ। ਔਰ ਜਾਰਜੀਅਨ ਕੈਲੰਡਰ ਦੇ ਵਿੱਚ ਏਡੀ ਔਰ ਬੀਸੀ ਸ਼ਬਦ ਤੋਂ ਅਵੋਇਡ ਕਰਕੇ ਹੀ ਆਪਣਾ ਕੈਲੰਡਰ ਹੈ ਜਿਹੜਾ ਨਾਰਮਲ ਲਿਖਿਆ ਜਾਂਦਾ ਹੈ। ਜਿਵੇਂ 2021 ਹੈ ਤਾਂ ਉਹਨੂੰ ਕੱਲਾ 2021 ਹੀ ਲਿਖਿਆ ਜਾਂਦਾ ਹੈ। ਸੋ ਜੀਸਸ ਦੇ ਜਨਮ ਤੋਂ ਪਹਿਲਾਂ ਦਾ ਜੋ ਵੀ ਸਮਾਂ ਸੀ ਉਹਦੇ ਮੂਰੇ BC ਸ਼ਬਦ ਯੂਜ਼ ਕੀਤਾ ਜਾਂਦਾ ਸੀ। ਐਂਡ ਜਿਹੜਾ ਜਿਹੜਾ ਉਹਨਾਂ ਦੇ ਜਨਮ ਤੋਂ ਬਾਅਦ ਦਾ ਜਿੰਨਾ ਵੀ ਸਮਾਂ ਹੈ ਉਹਦੇ ਪਿੱਛੇ AD ਸ਼ਬਦ ਯੂਜ਼ ਕੀਤਾ ਜਾਂਦਾ, ਐਨੋ ਡੋਮਿਨੀ ਸ਼ਬਦ ਹੈ ਜਿਹੜਾ ਯੂਜ਼ ਕੀਤਾ ਜਾਂਦਾ। ਹੁਣ ਇਹਨਾਂ ਦਾ ਜਨਮ ਹੋ ਗਿਆ, ਇਸ ਤੋਂ ਪਹਿਲਾਂ ਜਿਹੜਾ ਵੀ ਸਮਾਂ ਸੀ ਉਹ BC ਲਿਖਿਆ ਜਾਂਦਾ ਹੈ। ਔਰ ਜਿਹੜਾ BC ਵਾਲਾ ਕੈਲੰਡਰ ਹੁੰਦਾ ਸੀ ਇਹ ਹਮੇਸ਼ਾ ਉਲਟਾ ਚੱਲਦਾ ਸੀ। ਯਾਨੀ ਕਿ ਐ ਸਮਝ ਲਓ ਕਿ ਇਹਨਾਂ ਦਾ ਜਨਮ 0 ਚ ਹੋਇਆ। ਇਹਨਾਂ ਦਾ ਜਨਮ ਕਦੋਂ ਹੈ? 0 ਚ। 0 ਤੋਂ ਬਾਅਦ 1 2 3 4 ਆਪਾਂ ਅੱਜ ਹੁਣ 2021 ਚ ਪਹੁੰਚ ਚੁੱਕੇ ਹਾਂ। ਐ ਸਮਝ ਲਓ ਕਿ ਜੀਸਸ ਦਾ ਜਨਮ ਅੱਜ ਤੋਂ 2021 ਸਾਲ ਪਹਿਲਾਂ ਹੋ ਚੁੱਕਿਆ ਸੀਗਾ। ਐਂਡ ਸਿਮਿਲਰਲੀ ਜਦੋਂ ਇਹਨਾਂ ਤੇ ਪਹਿਲਾਂ ਦੀ ਗੱਲ ਕੀਤੀ ਜਾਏ ਇਹਨਾਂ ਦੇ ਜਨਮ ਤੋਂ, ਤਾਂ ਇਹ ਸਮਝ ਲਓ ਲੱਖਾਂ ਕਰੋੜਾਂ ਸਾਲ ਪਹਿਲਾਂ, ਮਿਲੀਅਨਸ ਆਫ ਬਿਲੀਅਨਸ ਆਫ ਟਾਈਮ ਤੋਂ ਪਹਿਲਾਂ ਵੀ ਹੋ ਸਕਦਾ ਲੋਕ ਹੋਣ। ਇੱਥੇ ਆਪਾਂ ਉਲਟਾ ਲਵਾਂਗੇ, ਜਿਵੇਂ ਆਪਾਂ ਕਹਤਾ 10,000 ਤੋਂ ਆਪਾਂ ਸ਼ੁਰੂ ਕਰੀਏ, ਜੇ 10,000 ਤੋਂ ਫਿਰ ਆਪਾਂ 9,999 ਤੇ ਆਵਾਂਗੇ, 9,998 ਤੇ ਆਵਾਂਗੇ, ਹੌਲੀ ਹੌਲੀ ਕਰਦੇ ਕਰਦੇ ਆਪਾਂ 9,000 ਤੇ ਆਵਾਂਗੇ, ਫਿਰ ਹੌਲੀ ਹੌਲੀ ਕਰਦੇ ਕਰਦੇ 8,000 ਤੇ ਆਵਾਂਗੇ। ਐਂ ਕਰਦੇ 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 ਆਪਾਂ 0 ਤੇ ਪਹੁੰਚਾਂਗੇ। ਇਸ 0 ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਐਂਡ ਉਸ ਤੋਂ ਬਾਅਦ ਦਾ ਜਿੰਨਾ ਵੀ ਸਮਾਂ ਹੈ ਉਹ ਸਾਰਾ AD ਦੇ ਵਿੱਚ ਲਿਖਿਆ ਜਾਂਦਾ ਹੈ। ਸੋ ਨਾਓ ਮੂਵਿੰਗ ਫਾਰਵਰਡ ਟੂ ਪ੍ਰੀ ਹਿਸਟਰੀ। ਪ੍ਰੀ ਹਿਸਟਰੀ ਯਾਨੀ ਕਿ ਉਹ ਸਮਾਂ ਜਦੋਂ ਆਪਣੇ ਕੋਲੇ ਜਿਨ੍ਹਾਂ ਦੇ ਬਾਰੇ ਲਿਖਤੀ ਰੂਪ ਦੇ ਵਿੱਚ ਅੱਜ ਵੀ ਕੁਝ ਵੀ ਅਵੇਲੇਬਲ ਨਹੀਂ ਹੈ, ਪਰੰਤੂ ਇਹਨਾਂ ਦੀ ਕੰਕਾਲ, ਇਹਨਾਂ ਦੀ ਪੋਇਟਰੀ, ਇਹਨਾਂ ਦੇ ਸਟੋਨਸ, ਇਹਨਾਂ ਦੇ ਵੈਪਨਸ, ਇਹਨਾਂ ਦੇ ਕੋਇਨਸ ਤੋਂ ਆਪਾਂ ਨੇ ਬਹੁਤ ਸਾਰਾ ਐਸਟੀਮੇਟ ਲਗਾਇਆ ਹੈ। that is called prehistory. So prehistory is further divided into 4 categories. First is Paleolithic, second is Mesolithic, third is Neolithic, and fourth is Chalcolithic. Paleolithic ਦੇਖੋ ਜੀ, ਇੱਕ ਸਿੰਪਲ ਜੀ ਟ੍ਰਿਕ ਦੱਸ ਰਹੇ ਹਾਂ ਯਾਦ ਕਰਨ ਵਾਸਤੇ। ਜਿਹੜੇ ਆ ਤਿੰਨ ਨੇ ਇਹ ਉਹ ਸਮਾਂ ਹੈ ਜਦੋਂ ਜਿਹੜੇ ਲੋਕ ਸੀਗੇ ਉਹ ਆਪਣੇ ਹਥਿਆਰ ਬਣਾਉਂਦੇ ਸੀਗੇ, ਪੱਥਰ ਦੇ ਨਾਲ ਹਥਿਆਰ ਬਣਾਉਂਦੇ ਸੀਗੇ। ਇਸ ਕਰਕੇ ਇਸ ਨੂੰ ਸਟੋਨ ਏਜ ਕਿਹਾ ਜਾਂਦਾ ਸੀ। that is called stone age. ਉਸ ਤੋਂ ਬਾਅਦ ਹੌਲੀ ਹੌਲੀ ਧਾਤੂ ਲੱਭਣਾ ਸ਼ੁਰੂ ਹੋ ਗਿਆ, ਯਾਨੀ ਕਿ ਮੈਟਲ ਮਿਲ ਗਿਆ ਲੋਕਾਂ ਨੂੰ, ਕਾਪਰ, ਤਾਂਬਾ ਮਿਲ ਗਿਆ, ਬ੍ਰੌਂਜ ਮਿਲ ਗਿਆ। ਇਸ ਨੂੰ ਆਪਾਂ ਬੋਲਦੇ ਹਾਂ ਮੈਟਲ ਏਜ। ਪੈਲੀਓਲਿਥਿਕ, ਪੈਲੀਓਲਿਥਿਕ ਯਾਨੀ ਕਿ ਪਹਿਲਾ ਸਟੋਨ ਏਜ ਦਾ ਵੀ ਸਭ ਤੋਂ ਪੁਰਾਣਾ ਹਿੱਸਾ, ਸਭ ਤੋਂ 올ਡ ਸਟੋਨ ਏਜ, that is ਪੈਲੀਓਲਿਥਿਕ। ਐ ਸਮਝ ਲਓ ਸਨ 10,000 BC ਤੋਂ ਵੀ ਪਹਿਲਾਂ ਦਾ ਸਮਾਂ। ਐਂਡ ਮੀਜ਼ੋਲਿਥਿਕ, ਮੀਜ਼ੋਲਿਥਿਕ ਯਾਨੀ ਕਿ ਮਿਡਲ ਸਟੋਨ ਏਜ। ਮਿਡਲ ਸਟੋਨ ਏਜ ਦਾ ਟਾਈਮ ਹੈ 10,000 BC ਤੋਂ 6,000 BC, ਕਿਉਂਕਿ BC ਵਾਲਾ ਕੈਲੰਡਰ ਹਮੇਸ਼ਾ ਉਲਟਾ ਚੱਲ ਰਿਹਾ, 10,000 ਤੋਂ 6,000 ਦੇ ਵਿੱਚ ਵਿੱਚ। ਐਂਡ ਨੀਓਲਿਥਿਕ ਕੀ ਹੋਊਗਾ? ਨੀਓਲਿਥਿਕ ਯਾਨੀ ਕਿ 6,000 BC ਤੋਂ ਲੈ ਕੇ 1,000 BC ਤੱਕ। ਹੌਲੀ ਹੌਲੀ ਆਪਣੇ 0 ਤੇ ਆਉਣਾ ਹੈ। ਜਦੋਂ ਆਪਾਂ 0 ਤੇ ਆਵਾਂਗੇ ਉਦੋਂ ਆਪਾਂ ਕਹਾਂਗੇ ਜੀਸਸ ਕ੍ਰਾਈਸਟ ਦਾ ਜਨਮ ਹੋ ਗਿਆ। ਉਸ ਤੋਂ ਬਾਅਦ ਆਪਣਾ ਜਿਹੜਾ ਸਮਾਂ ਹੈ ਯਾਨੀ ਕਿ ਆਪਣਾ ਕੈਲੰਡਰ ਹੈ ਉਹ ਸਿੱਧਾ ਹੋ ਗਿਆ, AD ਚ ਕਨਵਰਟ ਹੋ ਗਿਆ। ਔਰ ਚੈਲਕਿਓਲਿਥਿਕ ਨੂੰ ਤੁਸੀਂ ਇਦਾਂ ਲਿਖਿਓ ਜਿਵੇਂ ਕਿ 1000 BC ਤੋਂ ਲੈ ਕੇ ਤੁਸੀਂ ਜਨਮ ਤੱਕ ਆਉਣਾ, ਯਾਨੀ ਕਿ 0 BC ਤੱਕ ਆਉਣਾ ਹੈ। ਇਸ ਚੀਜ਼ ਨੂੰ ਤੁਸੀਂ ਲਿਖੋਗੇ ਕੈਲਕਿਓਲਿਥਿਕ ਏਜ। ਸੋ prehistory is divided into 4 phases, that is Paleolithic, Mesolithic, Neolithic and Chalcolithic. Mesolithic ਦੇ ਵਿੱਚ ਆਪਾਂ Paleolithic, Mesolithic, Neolithic ਦੇ ਵਿੱਚ ਆਪਾਂ ਇਹਨਾਂ ਬਾਰੇ ਪੜਾਂਗੇ ਕਿ ਇੱਥੇ ਸਿਰਫ ਪੱਥਰ ਸੀ। ਐਂਡ Chalcolithic ਦੇ ਵਿੱਚ ਆਪਾਂ ਪੜਾਂਗੇ ਕਿ ਆਪਣੇ ਕੋਲੇ ਧਾਤੂ ਵੀ ਮਿਲ ਚੁੱਕਿਆ ਸੀਗਾ। ਪੈਲੀਓਲਿਥਿਕ ਏਜ ਯਾਨੀ ਕਿ 10,000 ਸਾਲ ਤੋਂ ਪਹਿਲਾਂ, BC ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀ ਉਸਨੂੰ ਪੈਲੀਓਲਿਥਿਕ ਏਜ ਕਹਿੰਦੇ ਸੀ। ਦੇਖੋ ਬੜੀ ਸਿੰਪਲ ਟ੍ਰਿਕ ਦੇ ਨਾਲ ਸਮਝਾਉਣ ਲੱਗਿਆ। ਉਸ ਸਮੇਂ ਜਿਹੜੀ ਧਰਤੀ ਹੁੰਦੀ ਸੀਗੀ ਉਹਦੇ ਉੱਤੇ ਪੂਰੀ ਦੀ ਪੂਰੀ ਆਈਸ ਹੀ ਆਈਸ ਯਾਨੀ ਕਿ ਬਰਫ਼
ਦੀ ਪਰਤ ਹੁੰਦੀ ਸੀਗੀ, ਯਾਨੀ ਕਿ ਉਸ ਸਮੇਂ ਜਿਹੜੀ ਧਰਤੀ ਹੁੰਦੀ ਸੀ ਉਹ ਠੰਡੀ ਹੁੰਦੀ ਸੀਗੀ। ਉਸ ਜ਼ਮਾਨੇ ਦੇ ਵਿੱਚ ਧਰਤੀ ਕੀ ਸੀਗੀ? ਠੰਡੀ ਹੁੰਦੀ ਸੀਗੀ। ਜਦੋਂ ਧਰਤੀ ਪੂਰੀ ਠੰਡੀ ਹੁੰਦੀ ਸੀ ਤਾਂ ਉੱਥੇ ਖੇਤੀ ਨਹੀਂ ਹੁੰਦੀ ਸੀਗੀ, ਯਾਨੀ ਕਿ ਉੱਥੇ ਕੁਝ ਵੀ ਖਾਣ ਪੀਣ ਨੂੰ ਵੈਜੀਟੇਬਲਸ ਜਾਂ ਫਰੂਟਸ ਜਾਂ ਪਲਾਂਟਸ ਅਵੇਲੇਬਲ ਨਹੀਂ ਹੁੰਦੇ ਸੀਗੇ। ਉਸ ਜ਼ਮਾਨੇ ਦੇ ਵਿੱਚ ਜਿਹੜੇ ਬੰਦੇ ਇੱਥੇ ਰਹੇ ਹੋਣਗੇ, ਉਹ ਪਹਿਲੀ ਗੱਲ, ਉਹ ਇੰਦਸ ਯਾਨੀ ਕਿ ਸਿੰਧ ਦਰਿਆ ਅਤੇ ਗੰਗਾ ਦੇ ਨੇੜੇ ਨਹੀਂ ਰਹਿੰਦੇ ਹੋਣਗੇ। ਉਹ ਲੋਕ ਜਿਹੜੇ ਸੀਗੇ ਪੈਲੀਓਲਿਥਿਕ ਸਾਈਟਸ ਦੇ ਜਿਹੜੇ ਲੋਕ ਸੀਗੇ, ਉਹ ਕਿੱਥੇ ਰਹਿੰਦੇ ਸੀ? ਉਹ ਵੱਡੇ ਵੱਡੇ ਪੱਥਰਾਂ 'ਚ, ਗੁਫਾਵਾਂ 'ਚ ਰਹਿੰਦੇ ਹੁੰਦੇ ਸੀ, ਯਾਨੀ ਕਿ ਵੱਡੇ ਵੱਡੇ ਪੱਥਰਾਂ ਦੇ ਵਿੱਚ ਰਹਿੰਦੇ ਹੁੰਦੇ ਸੀ, ਝਰਨਿਆਂ ਦੇ ਕੋਲ ਰਹਿੰਦੇ ਹੁੰਦੇ ਸੀ ਤਾਂ ਕਿ ਉੱਥੋਂ ਪਾਣੀ ਪੀ ਸਕਣ। ਪਰ ਉਹ ਗੰਗਾ ਜਾਂ ਇੰਡਸ ਦੇ ਨੇੜੇ ਨਹੀਂ ਰਹਿੰਦੇ ਸੀਗੇ। ਉਹ ਵੱਡੇ ਵੱਡੇ ਪੱਥਰਾਂ ਦੀਆਂ ਬਣੀਆਂ ਹੋਈਆਂ ਕੇਵਸ ਯਾਨੀ ਕਿ ਗੁਫਾਵਾਂ ਦੇ ਵਿੱਚ ਰਹਿੰਦੇ ਹੁੰਦੇ ਸੀਗੇ। ਦੇਖੋ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ, ਉਸ ਸਮੇਂ ਧਰਤੀ ਠੰਡੀ ਸੀਗੀ, ਉੱਥੇ ਖਾਣ ਪੀਣ ਨੂੰ ਕੁਛ ਨਹੀਂ ਸੀ। ਹੋ ਸਕਦਾ ਜਾਂ ਉੱਥੇ ਉਹਨਾਂ ਨੂੰ ਜੋ ਵੀ ਚੀਜ਼ ਦਿਖੀ, ਉਹਨਾਂ ਨੇ ਉਹਨਾਂ ਨੂੰ ਹੀ ਮਾਰ ਕੇ ਖਾਣਾ ਸ਼ੁਰੂ ਕਰ ਦਿੱਤਾ ਹੋਵੇ। ਹੋ ਸਕਦਾ ਉੱਥੇ ਉਹਨਾਂ ਨੂੰ ਕੋਈ ਵੀ ਜਾਨਵਰ ਦਿਖਦਾ ਹੋਵੇ, ਉਹ ਉਹਨਾਂ ਨੂੰ ਮਾਰ ਕੇ ਖਾ ਜਾਂਦੇ ਹੋਣ। ਉੱਥੋਂ ਦੇ ਟੂਲਸ ਤੋਂ ਪਤਾ ਲੱਗਿਆ ਇਹ ਔਜ਼ਾਰ ਜਿਹੜੇ ਨੇ, ਇਹ ਪੱਥਰ ਨੇ ਜਿਹੜੇ, ਇਹ ਉਸ ਸਮੇਂ ਦੇ ਪੱਥਰ ਨੇ, ਜਿਨ੍ਹਾਂ ਤੋਂ ਇਹ ਗੱਲ ਪਤਾ ਲੱਗੀ ਕਿ ਉਦੋਂ ਜਿਹੜੇ ਇਨਸਾਨ ਹੋਊਗਾ ਉਹ ਜਾਨਵਰ ਨੂੰ ਜਾਂ ਦੂਜੇ ਇਨਸਾਨ ਨੂੰ ਮਾਰ ਕੇ ਖਾ ਜਾਂਦਾ ਹੋਊਗਾ। ਇਸ ਕਰਕੇ ਉੱਥੋਂ ਉਸ ਜ਼ਮਾਨੇ ਦੇ ਇਨਸਾਨਾਂ ਨੂੰ ਆਪਾਂ ਕੀ ਕਵਾਂਗੇ? ਹੰਟਰਸ ਐਂਡ ਗੈਦਰਰਸ। ਹੰਟਰਸ ਯਾਨੀ ਕਿ ਜਿਹੜੇ ਹੰਟਿੰਗ ਕਰਦੇ ਨੇ, ਯਾਨੀ ਕਿ ਇੱਕ ਦੂਜੇ ਨੂੰ ਮਾਰ ਕੇ ਖਾ ਜਾਂਦੇ ਨੇ, ਐਂਡ ਗੈਦਰਰਸ ਯਾਨੀ ਕਿ ਹੋ ਸਕਦਾ ਉਹ ਮਾਰ ਕੇ ਕੁਝ ਕੁ ਹਿੱਸਾ ਖਾ ਲੈਂਦੇ ਹੋਣ ਔਰ ਬਾਕੀ ਦਾ ਹਿੱਸਾ ਸਟੋਰ ਕਰਕੇ ਰੱਖ ਲੈਂਦੇ ਹੋਣ ਤਾਂ ਕਿ ਉਹ ਫਿਊਚਰ ਦੇ ਵਿੱਚ ਉਸ ਨੂੰ ਖਾ ਸਕਣ। ਇਹਦੇ ਵਿੱਚ ਦੇ ਲਈ ਆਪਣੇ ਕੋਲ ਕੁਝ ਵੀ ਲਿਖਤੀ ਰੂਪ ਦੇ ਵਿੱਚ ਨਹੀਂ ਹੈਗਾ, ਆਪਣੇ ਕੋਲ ਕੁਝ ਵੀ ਚੀਜ਼ ਰਿਟਨ ਦੇ ਵਿੱਚ ਨਹੀਂ ਹੈ, ਬਟ ਆਪਣੇ ਕੋਲੇ ਸਿਰਫ ਇਹਨਾਂ ਦੇ ਪੱਥਰਾਂ ਨੂੰ ਦੇਖ ਕੇ ਆਪਾਂ ਨੇ ਐਸਟੀਮੇਟ ਲਗਾਇਆ ਹੈ। ਨੈਕਸਟ ਆ ਗਈ ਜੀ ਮੀਜ਼ੋਲਿਥਿਕ ਏਜ। ਮੀਜ਼ੋਲਿਥਿਕ ਦੇ ਵਿੱਚ ਕੀ ਹੈ? 10,000 BC ਤੋਂ ਲੈ ਕੇ 6,000 BC ਤੱਕ ਦਾ ਜੋ ਸਮਾਂ ਸੀ ਉਸਨੂੰ ਆਪਾਂ ਮੀਜ਼ੋਲਿਥਿਕ ਏਜ। ਦੇਖੋ, ਜਿਹੜੀ ਮੀਜ਼ੋਲਿਥਿਕ ਏਜ ਹੈ, ਮਿਊਜ਼ਿਕਲਿਥਿਕ ਹੈ ਜਿਹੜੀ, ਇਹ ਐ ਸਮਝ ਲਓ ਜਿਹੜੀ ਪੈਲੀਓਲਿਥਿਕ ਸੀ ਅਤੇ ਇਸ ਤੋਂ ਬਾਅਦ ਨੀਓਲਿਥਿਕ ਆਊ, ਇਹਨਾਂ ਦੇ ਵਿਚਾਲੜਲੇ ਫੇਸ ਨੂੰ ਆਪਾਂ ਕੀ ਬੋਲਦੇ ਹਾਂ? ਮੀਜ਼ੋਲਿਥਿਕ ਏਜ ਬੋਲਦੇ ਹਾਂ। ਇਸ ਸਮੇਂ ਕੀ ਹੋਇਆ? ਧਰਤੀ ਦਾ ਜਿਹੜਾ ਟੈਂਪਰੇਚਰ ਹੈ ਉਹ ਵਧਣਾ ਸ਼ੁਰੂ ਹੋਇਆ, ਯਾਨੀ ਕਿ ਧਰਤੀ ਦੇ ਉੱਤੋਂ ਜਿਹੜੀ ਬਰਫ਼ ਦੀ ਪਰਤ ਸੀ ਉਹ ਪਿਘਲਣੀ ਸ਼ੁਰੂ ਹੋਈ। ਜਦੋਂ ਬਰਫ਼ ਦੀ ਪਰਤ ਪਿਘਲਣੀ ਸ਼ੁਰੂ ਹੋਈ ਤਾਂ ਉਸ ਸਮੇਂ ਇੱਥੇ ਆਪਾਂ ਨੂੰ ਹਰਿਆਲੀ ਦਿਖੀ ਹੋਣੀ ਹੈ, ਯਾਨੀ ਕਿ ਗ੍ਰਾਸਲੈਂਡਸ, ਯਾਨੀ ਕਿ ਇੱਥੇ ਹਰਿਆਲੀ ਦਿਖੀ। ਜਦੋਂ ਹਰਿਆਲੀ ਦਿਖੀ ਤਾਂ ਇਸ ਜ਼ਮਾਨੇ ਦੇ ਜਿਹੜੇ ਲੋਕ ਸੀਗੇ, ਹੋ ਸਕਦਾ ਉਹ ਐਨੀਮਲਸ ਨੂੰ ਪਾਲਣਾ ਸ਼ੁਰੂ ਕਰ ਗਏ ਹੋਣ ਔਰ ਹੋ ਸਕਦਾ ਫਿਸ਼ਿੰਗ ਐਕਟੀਵਿਟੀਜ਼ ਸਟਾਰਟ ਹੋ ਗਈਆਂ ਹੋਣ ਇਸ ਜ਼ਮਾਨੇ ਦੇ ਵਿੱਚ। ਇੱਥੋਂ ਦੀਆਂ ਪੇਂਟਿੰਗਸ ਤੋਂ, ਇੱਥੋਂ ਦੇ ਰੌਕਸ ਤੋਂ ਆਪਾਂ ਨੂੰ ਪਤਾ ਲੱਗਿਆ ਕਿ ਇਹ ਜਿਹੇ ਲੋਕ ਕਿਸ ਤਰ੍ਹਾਂ ਦੇ ਲੋਕ ਹੋਣਗੇ। ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਇੱਕ ਬੰਦਾ ਦੇਖ ਰਹੇ ਹੋ ਸਾਈਡ ਤੇ, ਇਹਦੇ ਹੱਥ ਦੇ ਵਿੱਚ ਭਾਲਾ ਹੈ ਐਂਡ ਇਹ ਜਿਹੜਾ ਹੈ ਇਹ ਲੋਹੇ ਦਾ ਨਹੀਂ ਬਣਿਆ ਹੋਇਆ, ਆਹ ਹਿੱਸਾ ਜਿਹੜਾ ਹੈ ਲੱਕੜ ਦਾ ਬਣਿਆ ਹੋਇਆ। ਇਸ ਦੇ ਉੱਪਰ ਇਸਨੇ ਇੱਕ ਪੱਥਰ ਲਗਾਇਆ ਹੋਇਆ ਹੈ। ਹੋ ਸਕਦਾ ਹੈ ਆਪਾਂ ਇੱਥੋਂ ਇਹ ਐਸਟੀਮੇਟ ਲਗਾਉਂਦੇ ਹਾਂ ਕਿ ਇੱਥੇ ਦੇ ਲੋਕਾਂ ਨੂੰ, ਇਸ ਜ਼ਮਾਨੇ ਦੇ ਵਿੱਚ ਆ ਕੇ ਲੋਕਾਂ ਨੂੰ ਹੋ ਸਕਦਾ ਥੋੜੀ ਜੀ ਅਕਲ ਆ ਗਈ ਹੋਵੇ, ਯਾਨੀ ਕਿ ਉਹ ਸਮਝ ਲੱਗ ਗਏ ਹੋਵੇ ਕਿ ਅਗਰ ਆਪਾਂ ਨੇ ਕਿਸੇ ਨੂੰ ਮਾਰਨਾ ਹੈ ਤਾਂ ਆਪਾਂ ਵੈਲ ਪੋਲਿਸ਼ਡ ਟੂਲ ਦੇ ਨਾਲ ਮਾਰਾਂਗੇ ਤਾਂ ਕਿ ਉਹ ਸਿੱਧਾ ਅਟੈਕ ਕਰ ਸਕਣ। ਜਿਹੜੇ ਵੀ ਇੱਥੇ ਔਜ਼ਾਰ ਮਿਲੇ ਨੇ, ਇਹ ਸਾਰੇ ਪੱਥਰ ਦੇ ਬਣੇ ਹੋਏ ਔਜ਼ਾਰ ਨੇ ਐਂਡ ਇਹ ਜਿਹੜੇ ਪੱਥਰ ਦੇ ਬਣੇ ਹੋਏ ਔਜ਼ਾਰ ਨੇ ਜਾਂ ਲੱਕੜ ਦੇ ਬਣੇ ਹੋਏ ਔਜ਼ਾਰ ਨੇ, ਇਹਨਾਂ ਸਾਰੇ ਪੱਥਰਾਂ ਨੂੰ ਮਾਈਕਰੋਲਿਥਸ ਕਿਹਾ ਜਾਂਦਾ ਹੈ। ਸੋ ਮੀਜ਼ੋਲਿਥਿਕ ਏਜ ਦੇ ਵਿੱਚ ਆਪਾਂ ਨੂੰ ਕੀ ਮਿਲੇ? ਮਾਈਕਰੋਲਿਥਸ ਮਿਲੇ। ਨੈਕਸਟ ਨੀਓਲਿਥਿਕ ਏਜ ਦਾ ਜਿਹੜਾ ਟਾਈਮ ਪੀਰੀਅਡ ਹੈ 6,000 BC ਤੋਂ 1,000 BC ਹੈ। ਹੁਣ ਇੱਥੇ ਦੇਖ ਕੇ ਕੀ ਪਤਾ ਲੱਗਦਾ ਹੈ ਕਿ ਲੋਕਾਂ ਨੇ ਛੋਟੇ ਛੋਟੇ ਪਿੰਡ ਬਣਾਉਣੇ ਸ਼ੁਰੂ ਕਰ ਲਏ, ਯਾਨੀ ਕਿ ਲੋਕ ਰਹਿਣ ਲੱਗ ਗਏ ਹੋਣਗੇ ਇਸ ਜ਼ਮਾਨੇ ਦੇ ਵਿੱਚ ਆ ਕੇ, ਔਰ ਲੋਕ ਐਗਰੀਕਲਚਰ ਜਾਣਨਾ ਸ਼ੁਰੂ ਕਰ ਚੁੱਕੇ ਹੋਣਗੇ। ਲੋਕਾਂ ਨੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ ਹੋਣੀ ਹੈ।
ਲੋਕਾਂ ਨੇ ਡੋਮੈਸਟੀਕੇਸ਼ਨ ਆਫ ਐਨੀਮਲਸ ਯਾਨੀ ਕਿ ਪਸ਼ੂ ਪਾਲਣਾ ਸ਼ੁਰੂ ਕਰ ਦਿੱਤਾ ਹੋਊਗਾ। ਉਹਨਾਂ ਨੂੰ ਸਮਝ ਆ ਚੁੱਕੀ ਹੋਣੀ ਹੈ ਕਿ ਅਗਰ ਅਸੀਂ ਮੁਰਗੀ ਨੂੰ ਮਾਰ ਕੇ ਖਾ ਜਾਾਂਗੇ ਤਾਂ ਕੱਲ ਨੂੰ ਸਾਨੂੰ ਅੰਡਾ ਨਹੀਂ ਮਿਲੇਗਾ। ਹੋ ਸਕਦਾ ਉਹਨਾਂ ਨੇ ਪਸ਼ੂ ਪਾਲਣੇ ਸ਼ੁਰੂ ਕਰ ਦਿੱਤੇ ਹੋਣ। ਉਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਅਗਰ ਜੇ ਅਸੀਂ ਗਾਂ ਨੂੰ ਜਾਂ ਮੱਝ ਨੂੰ ਮਾਰ ਕੇ ਖਾ ਲਿਆ ਤਾਂ ਕੱਲ ਨੂੰ ਸਾਨੂੰ ਦੁੱਧ ਨਹੀਂ ਮਿਲੇਗਾ। ਇਸ ਜ਼ਮਾਨੇ ਦੇ ਵਿੱਚ ਆ ਕੇ ਕਣਕ, ਚਾਵਲ, ਜਿਉਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਸੀਗੀਆਂ ਉਹ ਲੋਕ ਕਲਟੀਵੇਟ ਕਰਨਾ ਸ਼ੁਰੂ ਕਰ ਚੁੱਕੇ ਸੀਗੇ ਔਰ ਲੋਕਾਂ ਨੇ ਭੇਡਾਂ, ਬੱਕਰੀਆਂ ਔਰ ਹੋਰ ਵੀ ਪਸ਼ੂਆਂ ਨੂੰ ਪਾਲਣਾ ਸ਼ੁਰੂ ਕਰ ਦਿੱਤਾ ਸੀਗਾ। ਇਸ ਜ਼ਮਾਨੇ ਦੇ ਵਿੱਚ ਲੋਕਾਂ ਨੇ ਮਿੱਟੀ ਦੇ ਭਾਂਡੇ ਬਣਾਉਣੇ ਸ਼ੁਰੂ ਕਰ ਦਿੱਤੇ ਸੀ, ਜਿਹਦੇ ਵਿੱਚ ਉਹ ਆਪਣੇ ਦਾਣਿਆਂ ਨੂੰ ਸਟੋਰ ਕਰਕੇ ਰੱਖ ਸਕਦੇ ਸੀਗੇ ਔਰ ਕੁਕਿੰਗ ਵਾਸਤੇ ਵੀ ਉਹ ਆਪਣੇ ਜਿਹੜੇ ਭਾਂਡਿਆਂ ਨੂੰ ਯੂਜ਼ ਕਰ ਸਕਦੇ ਸੀ। ਉਸ ਸਮੇਂ ਡੈਕੋਰੇਸ਼ਨ ਵੀ ਆਪਾਂ ਨੂੰ ਮਿਲੀ ਹੈ ਕਿ ਪੋਰਟਸ ਦੇ ਉੱਤੇ ਬਹੁਤ ਸਾਰੀ ਤਰ੍ਹਾਂ ਦੀ ਕਲਾਕਾਰੀ ਕੀਤੀ ਹੋਈ ਸੀਗੀ। ਇਹਦੇ ਵਿੱਚ ਇਹ ਚੀਜ਼ਾਂ ਲਿਖਤੀ ਰੂਪ ਚ ਨਹੀਂ ਹੈ ਆਪਣੇ ਕੋਲੇ, ਇਹ ਜਸਟ ਐਨਾਲਿਸਿਸ ਕੀਤੇ ਹੋਏ ਨੇ ਉਹਨਾਂ ਚੀਜ਼ਾਂ, ਪੁਰਾਣੀਆਂ ਚੀਜ਼ਾਂ ਨੂੰ ਦੇਖ ਦੇਖ ਕੇ। ਫਿਰ ਇਹਨਾਂ ਨੇ ਕਿਹਾ ਕਿ ਗ੍ਰੇਟ ਇੰਪਰੂਵਮੈਂਟ ਇਨ ਟੂਲਸ, ਕਹਿੰਦਾ ਹੁਣ ਜਿਹੜੇ ਇਹਨਾਂ ਦੇ ਜਿਹੜੇ ਔਜ਼ਾਰ ਸੀ, ਟੂਲਸ ਸੀ ਮਾਰਨ ਵਾਸਤੇ, ਹੰਟਿੰਗ ਕਰਨ ਵਾਸਤੇ, ਉਹ ਬਹੁਤ ਵਧੀਆ ਬਣ ਚੁੱਕੇ ਸੀਗੇ। ਇਹਨਾਂ ਨੇ ਬਹੁਤ ਇੱਕ ਟੈਕਨੋਲੋਜੀ ਦੇ ਨਾਲ ਜਿਹੜੇ ਸਟੋਨਸ ਨੂੰ ਇਕੱਠਾ ਕਰਕੇ ਮਤਲਬ ਉਹਨਾਂ ਨੂੰ ਪੋਲਿਸ਼ ਤਰੀਕੇ ਦੇ ਨਾਲ ਸਾਫ਼ ਸੁਥਰੇ ਟੂਲਸ ਨੇ ਜਿਹੜੇ ਉਹ ਬਣਾਉਣੇ ਸ਼ੁਰੂ ਕਰ ਦਿੱਤੇ ਸੀਗੇ। ਯਾਨੀ ਕਿ ਕੁਝ ਇਸ ਤਰ੍ਹਾਂ ਦੇ ਜਿਹੜੇ ਟੂਲਸ ਨੇ ਜਿਹੜੇ ਤੁਹਾਨੂੰ ਦਿਖ ਰਹੇ ਨੇ, ਇਸ ਤਰ੍ਹਾਂ ਦੇ ਟੂਲਸ ਇਹਨਾਂ ਨੇ ਬਣਾਉਣੇ ਸ਼ੁਰੂ ਕਰ ਲਏ ਸੀਗੇ। ਨੈਕਸਟ, ਔਰ ਇੱਕ ਚੀਜ਼ ਹੋਰ ਇੰਪੋਰਟੈਂਟ, ਇਸ ਜ਼ਮਾਨੇ ਦੇ ਵਿੱਚ ਬਾਰਲੇ ਦੀ ਖੇਤੀ ਹੋ ਗਈ ਸੀ। ਬਾਰਲੇ ਯਾਨੀ ਕਿ ਜਿਉਂ ਦੀ ਖੇਤੀ ਹੋ ਗਈ ਸੀਗੀ ਔਰ ਜਿਉਂ ਤੋਂ ਲੋਕਾਂ ਨੇ ਸ਼ਰਾਬ ਵੀ ਬਣਾਉਣੀ ਸ਼ੁਰੂ ਕਰਤੀ ਸੀਗੀ। ਯਾਨੀ ਕਿ ਸ਼ਰਾਬ ਵੀ ਹੈ ਜਿਹੜੀ ਉਹ ਉਸ ਜ਼ਮਾਨੇ ਦੇ ਵਿੱਚ ਬਣ ਚੁੱਕੀ ਸੀ। ਸੋ ਇੱਥੇ ਤੱਕ ਸੀ ਆਪਣੀ ਨਿਓਲਿਥਿਕ ਏਜ। ਨਾਓ ਨਿਓਲਿਥਿਕ ਏਜ ਤੋਂ ਬਾਅਦ ਆਪਾਂ ਪੜਾਂਗੇ ਲਾਸਟ ਵਾਲੀ ਕੈਲਕੋਲਿਥਿਕ ਏਜ। ਹੁਣ ਕੈਲਕੋਲਿਥਿਕ ਏਜ ਦੇ ਵਿੱਚ ਕੀ ਹੋਇਆ? ਕੈਲਕੋਲਿਥਿਕ ਦੇ ਵਿੱਚ ਆਵਿਸ਼ਕਾਰ ਹੋ ਯਾਨੀ ਕਿ ਲੱਭ ਚੁੱਕੇ ਸੀ ਕਿ ਮੈਟਲਸ ਲੱਭ ਚੁੱਕੇ ਸੀਗੇ। ਮੈਟਲ ਯਾਨੀ ਕਿ ਤਾਂਬਾ ਲੱਭ ਚੁੱਕੇ ਸੀਗੇ, ਬ੍ਰੌਂਜ ਯਾਨੀ ਕਿ ਕਾਂਸਾ ਲੱਭ ਚੁੱਕੇ ਸੀਗੇ ਇਸ ਜ਼ਮਾਨੇ ਦੇ ਵਿੱਚ। ਔਰ ਇੱਥੇ ਕੀ ਹੁੰਦਾ ਸੀ, ਹੁਣ ਲੋਕ ਨੇ ਜਿਹੜੇ ਉਹ ਵੱਡੇ ਵੱਡੇ ਦੂਰ ਦੂਰ ਡਿਸਟੈਂਸਸ ਤੇ ਜਾਣਾ ਸ਼ੁਰੂ ਕਰ ਚੁੱਕੇ ਸੀਗੇ ਔਰ ਵੱਧ ਤੋਂ ਵੱਧ ਜਿੱਥੇ ਉਹਨਾਂ ਨੂੰ ਲੋਹਾ ਮਿਲਦਾ ਸੀ ਉੱਥੋਂ ਲੋਹਾ ਲੈ ਕੇ ਆਉਣ, ਲੋਹਾ ਨਹੀਂ ਸੌਰੀ ਮੈਟਲਸ ਮਿਲਦੇ ਸੀ, ਯਾਨੀ ਕਿ ਤਾਂਬਾ ਮਿਲਦਾ ਸੀ ਜਾਂ ਬ੍ਰੌਂਜ ਮਿਲਦਾ ਸੀ, ਉੱਥੋਂ ਉਹਨਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਸੀਗਾ। ਔਰ ਲੋਕਾਂ ਨੇ ਪਹਾੜਾਂ ਨੂੰ ਛੱਡ ਕੇ ਹੁਣ ਉਹ ਸਮੁੰਦਰ ਦੇ ਨੇੜੇ ਜਾਂ ਰਿਵਰਸ, ਦਰਿਆਵਾਂ ਦੇ ਨੇੜੇ ਰਹਿਣਾ ਸ਼ੁਰੂ ਕਰ ਦਿੱਤਾ ਸੀਗਾ। ਸੋ ਆਪਾਂ ਅਗਲੀ ਜਿਹੜੀ ਸਲਾਈਡ ਹੋਗੀ ਉਸ ਦੇ ਵਿੱਚ ਇੱਕ ਸਾਈਟ ਬਾਰੇ ਪੜਾਂਗੇ, ਇੰਡਸ ਵੈਲੀ ਸਿਵਲਾਈਜੇਸ਼ਨ ਬਾਰੇ ਪੜਾਂਗੇ। ਇਹਦੇ ਵਿੱਚ ਕੈਲਕੋਲਿਥਿਕ ਦੇ ਵਿੱਚ ਹੀ ਇੰਡਸ ਵੈਲੀ ਸਿਵਲਾਈਜੇਸ਼ਨ ਹੈ ਜਿਹੜੀ ਉਹ ਸ਼ੁਰੂ ਹੋ ਗਈ ਸੀਗੀ, ਜਿਸ ਤੋਂ ਆਪਾਂ ਬ੍ਰੌਂਜ ਏਜ ਦੇ ਵਿੱਚ ਕਹਿੰਦੇ ਆ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਹੈ ਜਿਹੜੀ ਬ੍ਰੌਂਜ ਏਜ ਦੇ ਵਿੱਚ ਸ਼ੁਰੂ ਹੋ ਚੁੱਕੀ ਸੀ। ਆਪਾਂ ਪਿਛਲੀ ਏਜ ਦੇ ਵਿੱਚ ਪੜਿਆ ਕਿ ਲੋਕਾਂ ਨੇ ਪਿੰਡਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ, ਪਿੰਡ ਬਣਨੇ ਸ਼ੁਰੂ ਹੋ ਗਏ ਸੀਗੇ। ਹੁਣ ਪਿੰਡਾਂ ਤੋਂ ਹੌਲੀ ਹੌਲੀ ਵੱਡੇ ਵੱਡੇ ਸ਼ਹਿਰ ਬਣਨੇ ਸ਼ੁਰੂ ਹੋ ਚੁੱਕੇ ਸੀਗੇ, ਯਾਨੀ ਕਿ ਲੋਕਾਂ ਦਾ ਰਹਿਣ ਬਸੇਰਾ ਕਾਫੀ ਹੱਦ ਤੱਕ ਵਧੀਆ ਹੋ ਚੁੱਕਿਆ ਸੀਗਾ। ਇੱਥੇ ਤੱਕ ਆਪਾਂ ਨੇ ਪ੍ਰੀ ਹਿਸਟਰੀ ਬਾਰੇ ਸਿੱਖਿਆ। ਨੈਕਸਟ ਵੀਡੀਓ ਦੇ ਵਿੱਚ ਆਪਾਂ ਪ੍ਰੋਟੋ ਹਿਸਟਰੀ ਬਾਰੇ ਕੰਪਲੀਟ ਜਾਣਕਾਰੀ ਲਵਾਂਗੇ। ਤਾਂ ਤਦ ਤੱਕ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੇ ਜਾਣੇ ਇਸ ਦਾ ਬੈਨੀਫਿਟ ਉਠਾ ਸਕਣ। ਥੈਂਕ ਯੂ ਸੋ ਮਚ ਗਾਇਸ।